गुड मॉर्निंग स्टूडेंट्स। नैक्सट चैप्टर है बेटा अपना कैपेसिटेंस। फर्स्ट ऑफ ऑल इलैक्ट्रोस्टैटिक्स ऑफ कंडक्टर। फर्स्ट चैप्टर ਦੇ ਵਿੱਚ ਆਪਾਂ ਰੀਡ ਕੀਤਾ ਸੀ ਕੰਡਕਟਰ ਕੀ ਹੈ, ਤੁਹਾਡੇ ਐਵੇਂ ਦੇ ਸਬਸਟੈਂਸ ਹੈ ਜਿਹੜੇ ਇਲੈਕਟ੍ਰਿਕ ਚਾਰਜ ਨੂੰ ਕੈਰੀ ਕਰ ਸਕਦੇ ਆ, ਕੰਡਕਟ ਕਰ ਸਕਦੇ ਆ। ਕੰਡਕਟਰਸ ਦੀ ਆਪਣੇ ਕੋਲ ਐਗਜ਼ਾਮਪਲ ਹੈਗੇ ਆ ਮੈਟਲਸ, ਬਿਕੋਜ਼ ਮੈਟਲ ਦੇ ਵਿੱਚ ਬਹੁਤ ਸਾਰੇ ਨੰਬਰ ਆਫ ਚਾਰਜ ਕੈਰੀਅਰਸ ਹੋ ਸਕਦੇ ਆ ਜਾਂ ਆਪਾਂ ਕੀ ਕਹਿ ਸਕਦੇ ਹਾਂ ਫ੍ਰੀ ਇਲੈਕਟ੍ਰੋਨਸ ਹੈ, ਇਸੇ ਕਰਕੇ ਕੀ ਕਰਨਗੇ ਗੁੱਡ ਕੰਡਕਟਰ ਹੈਗੇ ਆ ਇਲੈਕਟ੍ਰੀਸਿਟੀ ਦੇ। ਉਸ ਤੋਂ ਬਾਅਦ ਅਗਰ ਆਪਾਂ ਇਲੈਕਟ੍ਰੋਸਟੈਟਿਕ ਇਕੁਇਲਿਬਰੀਅਮ ਦੀ ਗੱਲ ਕਰੀਏ, ਉੱਥੇ ਇਲੈਕਟ੍ਰਿਕ ਫੀਲਡ ਜਿਹੜਾ ਜ਼ੀਰੋ ਹੋਵੇਗਾ ਇਨਸਾਈਡ ਦਾ ਕੰਡਕਟਰ। ਕੋਈ ਵੀ ਕੰਡਕਟਰ ਹੈ ਉਸ ਨੂੰ ਆਪਾਂ ਐਕਸਟਰਨਲ ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖਿਆ, ਸਪੋਜ਼ ਉਸ ਦੀ ਇੰਟੈਂਸਿਟੀ ਹੈਗੀ ਹੈ E0 ਵੈਕਟਰ ਐਕਸਟਰਨਲ ਇਲੈਕਟ੍ਰਿਕ ਫੀਲਡ ਦੀ। ਦੈਨ ਇਹ ਵਾਲਾ ਆਪਣੇ ਕੋਲ ABCD ਕੋਈ ਵੀ ਕੰਡਕਟਰ ਹੈ ਜਿਹੜਾ ਆਪਾਂ ਕੀ ਹੈ ਐਕਸਟਰਨਲ ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖਿਆ। ਉਸ ਤੋਂ ਬਾਅਦ ਕੀ ਹੈ, ਇਹ ਵਾਲੀ ਸਾਈਡ ਤੁਹਾਡੀ ਪੋਜ਼ੀਟਿਵ ਹੈ, ਇਹ ਵਾਲੀ ਨੈਗੇਟਿਵ ਸਾਈਡ ਹੈ। ਇਹ ਆਪਣਾ ਹੁਣ ਜਿਹੜਾ ਨੈਗੇਟਿਵ ਚਾਰਜ ਕੈਰੀਅਰਸ ਮੀਨਸ ਫ੍ਰੀ ਇਲੈਕਟ੍ਰੋਨਸ ਹੈਗੇ ਆ, ਉਹ AB ਸਾਈਡ ਤੋਂ ਲੈ ਕੇ CD ਸਾਈਡ ਵੱਲ ਮੂਵ ਕਰਨ ਲੱਗ ਜਾਣਗੇ। ਸਾਰੇ ਆਪਣੇ ਕੋਲੇ ਕੀ ਹੈ ਨੈਗੇਟਿਵ ਇਲੈਕਟ੍ਰੋਨਸ ਇੱਧਰ ਮੂਵ ਕਰਨਗੇ, ਜਿਹੜੇ ਮੀਨਸ ਹੁਣ ਇਹ ਵਾਲੀ ਜਿਹੜੀ ਸਾਈਡ ਹੈ CD ਸਾਈਡ, ਉਸ ਦੇ ਉੱਪਰ ਸਾਰਾ ਆਪਣੇ ਕੋਲੇ ਨੈਗੇਟਿਵ ਚਾਰਜ ਬਣ ਜਾਏਗਾ ਅਤੇ AB ਦੇ ਉੱਪਰ ਆਪਣਾ ਹੋਲ ਪੋਜ਼ੀਟਿਵ ਚਾਰਜ ਆ ਜਾਏਗਾ। ਇਹ ਜਿਹੜੇ ਚਾਰਜਸ ਹੈਗੇ ਨੈਗੇਟਿਵ ਅਤੇ ਪੋਜ਼ੀਟਿਵ, ਇਹਨਾਂ ਚਾਰਜਸ ਨੂੰ ਆਪਾਂ ਕੀ ਕਹਾਂਗੇ ਇੰਡਿਊਸ ਚਾਰਜਸ। ਇੰਡਿਊਸ ਚਾਰਜਸ ਹੋਣ ਦੇ ਨਾਲ ਇਸ ਦੇ ਇਨਸਾਈਡ ਆਪਣੇ ਕੋਲੇ ਕੀ ਹੈ ਇੱਕ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਹੋਏਗਾ, ਉਸ ਨੂੰ ਆਪਾਂ ਕਹਾਂਗੇ ਇੰਡਿਊਸ ਇਲੈਕਟ੍ਰਿਕ ਫੀਲਡ ਵਿਚ ਇਜ਼ ਰਿਪਰੈਜ਼ੈਂਟਡ ਬਾਈ EP। EP ਤੇ ਜਿਹੜਾ E ਹੈ ਐਕਸਟਰਨਲ ਇਲੈਕਟ੍ਰਿਕ ਫੀਲਡ ਐਂਡ ਇੰਟਰਨਲ ਇੰਡਿਊਸਡ ਇਲੈਕਟ੍ਰਿਕ ਫੀਲਡ, ਉਸ ਦੀ ਡਾਇਰੈਕਸ਼ਨ ਕੀ ਹੈ ਦੋਨਾਂ ਦੀ ਅਪੋਜ਼ਿਟ ਡਾਇਰੈਕਸ਼ਨ ਹੈ। ਇਸੇ ਕਰਕੇ ਕੀ ਹੈ ਹੁਣ ਇੱਥੇ ਜਦੋਂ ਸੈਟਅਪ ਹੋਇਆ ਦੈਨ ਇਸ ਨੇ ਕੀ ਕਰਨਾ, ਇਹ ਅਪੋਜ਼ ਕਰੇਗਾ ਜਿੰਨੇ ਵੀ ਨੈਗੇਟਿਵ ਜਿਹੜੇ ਇਲੈਕਟ੍ਰੋਨਸ ਹੈ ਉਹ ਇੱਧਰ ਵਾਲੀ ਸਾਈਡ ਜਾ ਰਹੇ ਉਹਨਾਂ ਨੂੰ ਅਪੋਜ਼ ਕਰੇਗਾ। ਅਗਰ ਉਹ ਉਹਨਾਂ ਨੂੰ ਅਪੋਜ਼ ਕਰੇਗਾ ਦੈਟ ਮੀਨਸ ਇਹ ਸਾਈਡ ਸਿਰਫ ਆਪਣੇ ਕੋਲ ਨੈਗੇਟਿਵ ਹੀ ਹੈ, ਇਹ ਪੋਜ਼ੀਟਿਵ ਹੀ ਹੈ, ਹੋਰ ਕੋਈ ਜਿਹੜੇ ਇਲੈਕਟ੍ਰੋਨਸ ਹੈ ਆਪਣੇ ਇੱਧਰ ਸਾਈਡ ਵੱਲ ਨਹੀਂ ਜਾਣਗੇ। ਉਸ ਦੇ ਨਾਲ ਇਲੈਕਟ੍ਰਿਕ ਫੀਲਡ ਤੇ E ਹੈ ਜਿਹੜਾ ਅਪੋਜ਼ਿਟ ਡਾਇਰੈਕਸ਼ਨ ਹੈ, ਬਟ ਇਹ ਮੈਗਨੀਚਿਊਡ ਇਹਨਾਂ ਦਾ ਕੀ ਹੈ ਸੇਮ ਹੈ। ਸੇਮ ਮੈਗਨੀਚਿਊਡ ਹੋਣ ਦੇ ਕਾਰਨ ਆਪਾਂ ਕੀ ਕਹਾਂਗੇ ਇਨਸਾਈਡ ਦਾ ਕੰਡਕਟਰ ਇਲੈਕਟ੍ਰਿਕ ਫੀਲਡ ਕੀ ਹੈ ਜ਼ੀਰੋ। EP E0 minus EP is equals to 0. Second is the key है important result, electric field just outside a charged conductor is perpendicular to the surface of the conductor at every point. ਆਪਣੇ ਕੋਲ ਕੋਈ ਕੰਡਕਟਰ ਹੈ, ਕੰਡਕਟਰ ਦੀ ਸਰਫੇਸ ਦੇ ਹਰ ਇੱਕ ਪੁਆਇੰਟ ਦੇ ਉੱਪਰ ਇਲੈਕਟ੍ਰਿਕ ਫੀਲਡ ਕੀ ਹੈ ਪਰਪੈਂਡੀਕੂਲਰ ਹੈ। ਠੀਕ ਹੈ, ਇਲੈਕਟ੍ਰਿਕ ਫੀਲਡ ਆਪਣਾ ਕੀ ਹੈ ਪਰਪੈਂਡੀਕੂਲਰ ਹੈ। ਹੁਣ ਆਪਾਂ ਪਹਿਲਾਂ ਕੀਤਾ ਸੀ ਜਦੋਂ ਇੰਡਿਊਸਡ ਇਲੈਕਟ੍ਰਿਕ ਫੀਲਡ ਸੈਟਅਪ ਹੋਇਆ ਦੈਨ ਆਪਣਾ ਜਿਹੜਾ ਫਲੋ ਆਫ ਚਾਰਜਸ ਹੈ ਉਹ ਸਟੋਪ ਹੋ ਗਿਆ। ਠੀਕ ਹੈ, ਉਸ ਨਾਲ ਸਟੋਪ ਹੋ ਗਿਆ। ਦੇਅਰਫੋਰ ਕੰਪੋਨੈਂਟ ਆਫ ਇਲੈਕਟ੍ਰਿਕ ਫੀਲਡ ਅਲੋਂਗ ਦਾ ਟੈਂਜੈਂਟ ਟੂ ਦਾ ਸਰਫੇਸ ਆਫ ਦਾ ਕੰਡਕਟਰ ਮਸਟ ਬੀ ਜ਼ੀਰੋ, that is E cos theta is equals to 0, where theta is the angle which electric field intensity make with the tangent to the surface. electric field ਦੇ ਨਾਲ ਜਿਹੜਾ ਆਪਣਾ ਸਰਫੇਸ ਦਾ ਐਂਗਲ ਬਣ ਰਿਹਾ ਉਹ ਥੀਟਾ ਹੈ। E0 ਇਕਸ ਟੂ 0 ਕਦੋਂ ਹੋ ਸਕਦਾ ਹੈ ਜਦੋਂ ਆਪਣੇ ਕੋਲ ਥੀਟਾ ਦੀ ਵੈਲਿਊ 0 ਹੈ। ਠੀਕ ਹੈ, ਥੀਟਾ ਦੀ ਵੈਲਿਊ 0 ਹੈ। ਹੁਣ ਤੁਹਾਡੇ ਕੋਲ ਹੈਗੀ ਹੈ ਸਿਗਮਾ ਆਪਣੀ ਹੈਗੀ ਹੈ ਸਰਫੇਸ ਚਾਰਜ ਡੈਂਸਿਟੀ, ਉਸ ਨੂੰ ਆਪਾਂ ਕੀ ਕਹਾਂਗੇ ਅਗਰ ਤਾਂ ਆਪਣੇ ਕੋਲ ਸਿਗਮਾ ਜਿਹੜੀ ਹੈਗੀ ਗ੍ਰੇਟਰ ਦੈਨ ਹੈ 0 ਤੋਂ ਦੈਨ ਆਪਾਂ ਇਲੈਕਟ੍ਰਿਕ ਫੀਲਡ ਆਊਟਵਰਡ ਸ਼ੋ ਕਰਨਾ, ਆਊਟਵਰਡ ਸ਼ੋ ਕਰਾਂਗੇ। ਐਂਡ ਅਗਰ ਆਪਣੇ ਕੋਲ ਸਿਗਮਾ ਦੀ ਵੈਲਿਊ ਲੈਸ ਦੈਨ ਹੈਗੀ ਹੈ 0 ਤੋਂ ਦੈਨ ਆਪਾਂ ਇਲੈਕਟ੍ਰਿਕ ਫੀਲਡ ਨੂੰ ਕੀ ਹੈ ਇਨਵਰਡ ਸ਼ੋ ਕਰਨਾ। ਨੈਕਸਟ ਹੈਗਾ ਥਰਡ ਰਿਜ਼ਲਟ, ਨੈਟ ਚਾਰਜ ਇਨ ਦਾ ਇੰਟੀਰੀਅਰ ਆਫ ਅ ਕੰਡਕਟਰ ਇਜ਼ 0। ਹੁਣ ਇੱਥੇ ਆਪਣੇ ਕੋਲ ਕੀ ਸੀ ਇਲੈਕਟ੍ਰਿਕ ਫੀਲਡ ਦੀ ਵੈਲਿਊ ਆਪਾਂ ਕਿੰਨੀ ਕੈਲਕੂਲੇਟ ਕੀਤੀ ਸੀ ਇਸ ਦੇ ਇਨਸਾਈਡ 0। ਅਕੋਰਡਿੰਗ ਟੂ ਗੌਸ ਥਿਅਰਮ ਕੀ ਹੈ E ਡੋਟ DS ਇਜ਼ ਇਕਵਸ ਟੂ Q ਅਪਨ ਐਪਸਾਈਲਨ ਨੋਟ, ਇਲੈਕਟ੍ਰਿਕ ਫਲਕਸ ਇਜ਼ ਇਕਵਸ ਟੂ Q0 ਅਪਨ ਐਪਸਾਈਲਨ ਨੋਟ। ਅਗਰ ਆਪਣੇ ਕੋਲ E ਦੀ ਵੈਲਿਊ 0 ਹੈ ਦੈਨ Q ਦੀ ਵੈਲਿਊ ਵੀ ਕੀ ਹੈਗੀ ਹੈ 0, ਦੈਟ ਮੀਨਸ ਆਪਣਾ ਜਿਹੜਾ ਨੈਟ ਚਾਰਜ ਹੈਗਾ ਇਨਸਾਈਡ ਅ ਕੰਡਕਟਰ ਇਜ਼ 0। ਨੈਕਸਟ ਹੈਗਾ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਇਜ਼ ਕੌਨਸਟੈਂਟ ਥਰੂ ਆਊਟ ਦਾ ਵੋਲਿਊਮ ਆਫ ਦਾ ਕੰਡਕਟਰ ਐਂਡ ਹੈਜ਼ ਦਾ ਸੇਮ ਵੈਲਿਊ ਔਨ ਇਟਸ ਸਰਫੇਸ। ਇਲੈਕਟ੍ਰਿਕ ਪੋਟੈਂਸ਼ੀਅਲ ਦੀ ਜਿਹੜੀ ਵੈਲਿਊ ਹੈ ਕੰਡਕਟਰ ਦੇ ਵਿੱਚ ਆਪਣੇ ਕੋਲ ਕੀ ਹੈ ਕੌਨਸਟੈਂਟ ਰਹੇਗੀ ਅਤੇ ਇਹ ਸਾਰੀਆਂ ਸਰਫੇਸ ਦੇ ਉੱਪਰ ਹਰ ਇੱਕ ਪੁਆਇੰਟ ਦੀ ਜਿਹੜੀ ਵੈਲਿਊ ਹੈ ਸੇਮ ਰਹਿਣੀ ਚਾਹੀਦੀ ਹੈ। ਮੀਨਸ ਪੋਟੈਂਸ਼ੀਅਲ ਆਪਣਾ ਕੀ ਹੈ ਕੌਨਸਟੈਂਟ ਹੈ। ਆਪਾਂ ਫਸਟ ਦੇ ਵਿੱਚ ਕੀਤਾ ਸੀ ਇਲੈਕਟ੍ਰਿਕ ਫੀਲਡ ਦੀ ਵੈਲਿਊ 0 ਹੈ ਇਨਸਾਈਡ ਦਾ ਕੰਡਕਟਰ, ਦੈਟ ਮੀਨਸ ਕੋਈ ਵੀ ਵਰਕ ਡਨ ਨਹੀਂ ਹੋ ਰਿਹਾ ਜਦੋਂ ਸਮਾਲ ਜਿਹੜਾ ਟੈਸਟ ਚਾਰਜ ਹੈ ਕੰਡਕਟਰ ਦੇ ਵਿੱਚ ਵੀ ਆਪਾਂ ਮੂਵ ਕਰਾਉਣਾ। ਇਸ ਕੰਡਕਟਰ ਦੇ ਵਿੱਚ ਜਿਹੜਾ ਸਮਾਲ ਟੈਸਟ ਚਾਰਜ ਹੈ ਉਸ ਨੂੰ ਅਗਰ ਆਪਾਂ ਮੂਵ ਕਰਾਉਣਾ ਦੈਨ ਕੋਈ ਵੀ ਵਰਕ ਡਨ ਨਹੀਂ ਹੋ ਰਿਹਾ।
दैट मीनस ਜਿਹੜੇ ਦੋ ਪੁਆਇੰਟਸ ਹੈਗੇ ਉਹਨਾਂ ਦੇ ਵਿਚਕਾਰ ਕੋਈ ਵੀ ਪੋਟੈਂਸ਼ੀਅਲ ਡਿਫਰੈਂਸ ਨਹੀਂ ਹੈ। ਇਸੇ ਕਰਕੇ ਆਪਾਂ ਕਹਿ ਰਹੇ ਹਾਂ ਜਿਹੜਾ ਪੋਟੈਂਸ਼ੀਅਲ ਹੈਗਾ ਇਲੈਕਟ੍ਰਿਕ ਪੋਟੈਂਸ਼ੀਅਲ ਇਜ਼ ਕੌਨਸਟੈਂਟ ਥਰੂ ਆਊਟ ਦਾ ਵੋਲਿਊਮ ਆਫ ਦਾ ਕੰਡਕਟਰ। ਕੰਡਕਟਰ ਦੇ ਵਿੱਚ ਪੋਟੈਂਸ਼ੀਅਲ ਦੀ ਵੈਲਿਊ ਹਮੇਸ਼ਾ ਕੀ ਹੈ, ਕੌਨਸਟੈਂਟ ਹੈ। ਨੈਕਸਟ ਹੈਗਾ ਇਲੈਕਟ੍ਰਿਕ ਫੀਲਡ ਐਟ ਦਾ ਸਰਫੇਸ ਆਫ ਚਾਰਜ ਕੰਡਕਟਰ ਇਜ਼। ਇਲੈਕਟ੍ਰਿਕ ਫੀਲਡ ਦੀ ਜਿਹੜੀ ਵੈਲਿਊ ਹੈ ਚਾਰਜ ਕੰਡਕਟਰ ਦੀ ਸਰਫੇਸ 'ਤੇ ਆਪਣੇ ਕੋਲ ਕਿੰਨੀ ਹੈ, ਈ ਵੈਕਟਰ ਇਜ਼ ਇਕੁਅਲ ਟੂ ਸਿਗਮਾ ਅਪਨ ਐਪਸਾਈਲਨ ਨॉट ਇਨਟੂ ਐਨ ਕੈਪ, where sigma is surface charge density and n cap is a unit vector normal to the surface in outward direction। ਕੰਸੀਡਰ ਕਰੋ ਆਪਣੇ ਕੋਲੇ ਕੋਈ ਵੀ ਸ਼ਾਰਟ ਸਿਲੰਡਰ ਹੈਗਾ, ਠੀਕ ਹੈ, ਉਸ ਦਾ ਆਪਾਂ ਸਮੋਲ ਏਰੀਆ ਆਫ ਕ੍ਰੋਸ ਸੈਕਸ਼ਨ ਲੈ ਕੇ ਚੱਲਾਂਗੇ ds। ਉਸ ਦੀ ਜਿਹੜੀ ਹਾਈਟ ਹੈ ਉਹ ਆਪਣੇ ਕੋਲੇ ਨਿਗਲੀਜੀਬਲ ਹੈ ਅਤੇ ਸਿਗਮਾ ਹੈਗੀ ਸਰਫੇਸ ਚਾਰਜ ਡੈਂਸਿਟੀ। ਇਨਸਾਈਡ ਦਾ ਕੰਡਕਟਰ ਆਪਣੇ ਕੋਲ ਈ ਦੀ ਵੈਲਿਊ ਕਿੰਨੀ ਹੈਗੀ ਹੈ, 0। ਆਊਟਸਾਈਡ ਇਲੈਕਟ੍ਰਿਕ ਫੀਲਡ ਆਪਣਾ ਕੀ ਹੈ, ਨੋਰਮਲ ਟੂ ਦਾ ਸਰਫੇਸ ਹੈ। ਤਾਂ ਕੰਟਰੀਬਿਊਸ਼ਨ ਟੂ ਦਾ ਟੋਟਲ ਫਲਕਸ ਥਰੂ ਦਾ ਸਿਲੰਡਰ ਕਮਸ ਓਨਲੀ ਫਰੋਮ ਦਾ ਆਊਟਸਾਈਡ ਸਰਕੂਲਰ ਕ੍ਰੋਸ ਸੈਕਸ਼ਨ ਆਫ ਦਾ ਸਿਲੰਡਰ। ਇਹ ਆਪਣੇ ਕੋਲ ਕੋਈ ਵੀ ਸਿਲੰਡਰ ਹੈ, ਸਿਲੰਡਰ ਦੀ ਸਰਫੇਸ ਤੋਂ ਆਪਣੇ ਇਹ ਐਲੀਮੈਂਟ ਲੈ ਕੇ ਚੱਲੇ ਹਾਂ। ਬਾਹਰ ਵਾਲੀ ਸਾਈਡ 'ਤੇ ਜਿਹੜਾ ਇਲੈਕਟ੍ਰਿਕ ਫੀਲਡ ਆ ਉਹ ਕੀ ਹੈ, ਨੋਰਮਲ ਹੈਗਾ ਸਰਫੇਸ ਦੇ ਨਾਲ, ਬਟ ਇਨਸਾਈਡ ਦੀ ਈ ਦੀ ਵੈਲਿਊ ਕੀ 0 ਹੈ। ਦੈਟ ਮੀਨਸ ਆਪਣੇ ਕੋਲ ਟੋਟਲ ਇਲੈਕਟ੍ਰਿਕ ਫਲਕਸ ਓਨਲੀ ਆਊਟਵਰਡ ਜਿਹੜਾ ਇਲੈਕਟ੍ਰਿਕ ਫੀਲਡ ਹੈ ਉਸ ਦੇ ਕਰਸਪੋਂਡਿੰਗ ਹੋਣੀ ਚਾਹੀਦੀ ਹੈ। ਹੁਣ ਚਾਰਜ ਇਨਕਲੋਜ਼ਡ ਬਾਏ ਦਾ ਐਲੀਮੈਂਟ, ਚਾਰਜ ਕਿੰਨਾ ਆ ਜਾਏਗਾ ਇਸ ਦੇ ਉੱਪਰ, ਸਿਗਮਾ ਕਿਸ ਦੇ ਕੋਲ ਹੁੰਦਾ, ਸਿਗਮਾ ਇਜ਼ ਇਕੁਅਲ ਟੂ ਡੀ ਕਿਊ ਅਪੋਨ ਡੀ ਐਸ। ਡੀ ਕਿਊ ਦੀ ਵੈਲਿਊ ਆ ਜਾਏਗੀ ਸਿਗਮਾ ਇੰਟੂ ਡੀ ਐਸ। ਗੌਸ ਥਿਊਰਮ ਦੇ ਅਕੋਰਡਿੰਗ ਈ ਡੀ ਐਸ ਕਿਸ ਦੇ ਇਕੁਅਲ ਹੈ, ਕਿਊ ਅਪੋਨ ਐਪਸਾਈਲਨ ਦੇ। ਕਿਊ ਦੀ ਆਪਾਂ ਵੈਲਿਊ ਪੁੱਟ ਕਰਾਂਗੇ ਕਿਊ ਇੰਟੂ ਡੀ ਐਸ, ਡੀ ਐਸ ਦੇ ਨਾਲ ਡੀ ਐਸ ਕੈਂਸਲ, ਤਾਂ ਈ ਦੀ ਵੈਲਿਊ ਕੀ ਆ ਗਈ ਆਪਣੇ ਕੋਲ, ਸਿਗਮਾ ਅਪੋਨ ਐਪਸਾਈਲਨ ਨॉट। ਅਗਰ ਇਲੈਕਟ੍ਰਿਕ ਫੀਲਡ ਨੋਰਮਲ ਹੈਗਾ ਸਰਫੇਸ 'ਤੇ, ਆਪਾਂ ਐਨ ਜਿਹੜਾ ਕੈਪ ਉਸ ਦੀ ਡਾਇਰੈਕਸ਼ਨ ਸ਼ੋ ਕਰ ਰਹੇ ਹਾਂ, ਦੈਨ ਇਸ ਨੂੰ ਆਪਾਂ ਕੀ ਹੈ ਇਲੈਕਟ੍ਰਿਕ ਫੀਲਡ ਦੀ ਫਾਰਮ 'ਚ ਇਸ ਨੂੰ ਐਨ ਕੈਪ ਦੇ ਨਾਲ ਮਲਟੀਪਲਾਈ ਕਰ ਦਾਂਗੇ। ਨੈਕਸਟ ਹੈਗੀ ਸਰਫੇਸ ਡੈਂਸਿਟੀ ਆਫ ਚਾਰਜ ਇਜ਼ ਡਿਫਰੈਂਟ ਐਟ ਡਿਫਰੈਂਟ ਪੁਆਇੰਟਸ ਆਫ ਇਰੈਗੂਲਰ ਸ਼ੇਪਡ ਕੰਡਕਟਰ। ਕੋਈ ਵੀ ਆਪਣੇ ਕੋਲ ਕੰਡਕਟਰ ਹੈ, ਐਕਸਟਰਨਲ ਇਲੈਕਟ੍ਰਿਕ ਫੀਲਡ ਦੇ ਜਦੋਂ ਆਪਾਂ ਪਲੇਸ ਕੀਤਾ ਉਸ ਨੂੰ, ਦੈਨ ਉਸਦੇ ਜਿਹੜੇ ਚਾਰਜਿਸ ਹੈ, ਠੀਕ ਹੈ, ਉਹ ਰੀਅਰੇਂਜ ਹੋਣਗੇ। ਮੀਨਸ ਇੱਕ ਸਾਈਡ 'ਤੇ ਆਪਣੇ ਕੋਲ ਇਲੈਕਟ੍ਰੋਨ ਹੋ ਜਾਣਗੇ, ਮਤਲਬ ਨੈਗੇਟਿਵ ਸਾਈਡ ਆ ਜਾਏਗਾ। ਇੱਕ ਸਾਈਡ 'ਤੇ ਆਪਣੇ ਕੋਲ ਕੀ ਆ, ਹੋਲ ਪੋਜ਼ੀਟਿਵ ਚਾਰਜ ਆਏਗਾ। ਉਹ ਚਾਰਜਿਸ ਆਉਣ ਦੇ ਨਾਲ ਹੁਣ ਆਪਣੇ ਕੋਲ ਕੀ ਹੈ, ਲੋਕਲ ਡੈਂਸਿਟੀ ਚਾਰਜ ਡੈਂਸਿਟੀ ਹੈਗੀ ਆ ਚਾਰਜ ਅਪੋਨ ਏਰੀਆ, ਉਸ ਦੀ ਵੈਲਿਊ ਡਿਫਰੈਂਟ ਹੈ ਡਿਫਰੈਂਟ ਪੁਆਇੰਟਸ ਆਫ ਸਰਫੇਸ ਦੇ ਉੱਪਰ। ਸਿਗਮਾ ਵਿਲ ਵੀ ਪੋਜ਼ੀਟਿਵ ਐਟ ਪਲੇਸਿਸ ਵੇਅਰ ਦਾ ਚਾਰਜ ਪੋਜ਼ੀਟਿਵ। ਸਿਗਮਾ ਦੀ ਵੈਲਿਊ ਪੋਜ਼ੀਟਿਵ ਕਦੋਂ ਹੋਏਗੀ, ਜਦੋਂ ਆਪਣੇ ਕੋਲ ਪਲੇਟ ਦੇ ਉੱਪਰ ਚਾਰਜ ਸਾਰਾ ਪੋਜ਼ੀਟਿਵ ਹੈ। ਨੈਗੇਟਿਵ ਕਦੋਂ ਹੋਏਗੀ, ਜਦੋਂ ਆਪਣੇ ਕੋਲ ਇੱਕ ਸਾਈਡ 'ਤੇ ਆਪਣੇ ਕੋਲ ਜਿਹੜਾ ਚਾਰਜ ਹੈ ਉਹ ਨੈਗੇਟਿਵ ਹੈ। ਦੈਟ ਮੀਨਸ ਨੈਗੇਟਿਵ ਚਾਰਜ ਵੱਲ ਨੈਗੇਟਿਵ ਵੈਲਿਊ ਆ, ਪੋਜ਼ੀਟਿਵ ਚਾਰਜ ਵੱਲ ਪੋਜ਼ੀਟਿਵ ਵੈਲਿਊ ਹੈ। ਤਾਂ ਇੱਥੋਂ ਆਪਾਂ ਕੀ ਕਹਿ ਸਕਦੇ ਹਾਂ, ਸਰਫੇਸ ਡੈਂਸਿਟੀ ਹੈਗੀ ਹੈ ਜਿਹੜੀ ਉਸ ਦੀ ਵੈਲਿਊ ਡਿਫਰੈਂਟ ਹੈਗੀ ਐਟ ਡਿਫਰੈਂਟ ਪੁਆਇੰਟਸ ਦੇ ਉੱਪਰ। ਨੈਕਸਟ ਹੈਗਾ ਇਲੈਕਟ੍ਰੋਸਟੈਟਿਕ ਸ਼ੀਲਡਿੰਗ। Electrostatic shielding is the phenomena of protecting a certain region of space from external electric field। ਆਪਾਂ ਕੋਈ ਵੀ ਸਪੇਸ ਹੈ ਉਸ ਨੂੰ ਜਿਹੜਾ ਬਾਹਰੋਂ ਇਲੈਕਟ੍ਰਿਕ ਫੀਲਡ ਅਪਲਾਈ ਕਰ ਰਹੇ ਹਾਂ ਉਸ ਤੋਂ ਆਪਾਂ ਪ੍ਰੋਟੈਕਟ ਕਰਾਉਣਾ, ਉਹ ਵਾਲੇ ਫਿਨੋਮੀਨਾ ਨੂੰ ਆਪਾਂ ਕੀ ਕਹਾਂਗੇ, ਇਲੈਕਟ੍ਰੋਸਟੈਟਿਕ ਸ਼ੀਲਡਿੰਗ। ਹੁਣ ਆਪਾਂ ਪਹਿਲਾਂ ਸਟੱਡੀ ਕੀਤਾ ਸੀ ਇਲੈਕਟ੍ਰਿਕ ਫੀਲਡ ਦੀ ਜਿਹੜੀ ਵੈਲਿਊ ਹੈ ਕੰਡਕਟਰ ਦੇ ਇਨਸਾਈਡ, ਉਹ ਵੈਲਿਊ ਆਪਣੇ ਕੋਲ 0 ਹੈ। ਦੇਅਰਫੋਰ ਆਪਾਂ ਕੀ ਕਰ ਸਕਦੇ ਹਾਂ, ਜਿਹੜੇ ਡੈਲੀਕੇਟ ਇੰਸਟਰੂਮੈਂਟ ਹੈਗੇ ਆ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਐਕਸਟਰਨਲ ਇਲੈਕਟ੍ਰਿਕ ਫੀਲਡ ਤੋਂ ਆਪਾਂ ਉਹਨਾਂ ਨੂੰ ਕੀ ਹੈ, ਹੋਲੋ ਕੰਡਕਟਰ ਦੇ ਵਿੱਚ ਇਨਕਲੋਜ਼ ਕਰਦੇ ਹਾਂ। ਆਪਾਂ ਉਹਨਾਂ ਦੇ ਉੱਪਰ ਕੰਡਕਟਰ ਦੀ ਇੱਕ ਲੇਅਰ ਚੜ੍ਹਾ ਦਿੰਦੇ ਹਾਂ, ਮਤਲਬ ਜਿਹੜੇ ਆਪਣੇ ਕੋਲ ਇੰਸਟਰੂਮੈਂਟ ਆ ਉਹ ਵਿੱਚ ਰੱਖ ਦਿੰਦੇ ਹਾਂ ਕੰਡਕਟਰ 'ਤੇ। ਅਗਰ ਆਪਾਂ ਗੱਲ ਕਰੀਏ ਲਾਈਟਨਿੰਗ ਦੀ ਗੱਲ ਕਰੀਏ, ਜਾਂ ਥੰਡਰ ਸਟੋਰਮ ਦੇ ਵਿੱਚ ਆਪਣੇ ਕੋਲ ਲਾਈਟਨਿੰਗ ਹੈ, ਬਿਜਲੀ ਚਮਕ ਰਹੀ ਹੈ, ਦੈਨ ਆਪਣੇ ਕੋਲ ਕੀ ਆ, ਆਪਾਂ ਕੋਈ ਵੀ ਕਾਰ ਜਾਂ ਬੱਸ ਦੇ ਵਿੱਚ ਬੈਠੇ ਹਾਂ, ਤਾਂ ਕਾਰ ਜਾਂ ਬੱਸ ਦੇ ਵਿੱਚ ਆਪਣੇ ਕੋਲ ਕੀ ਆ, ਆਪਾਂ ਸੇਫ ਹਾਂ। ਦੈਨ ਕਿਸੇ ਵੀ ਓਪਨ ਗਰਾਊਂਡ ਦੇ ਨਾਲੋਂ ਆਪਾਂ ਸੇਫ ਹਾਂ, ਬਿਕੋਜ਼ ਜਿਹੜੀ ਮਟੈਲਿਕ ਬੋਡੀ ਹੈਗੀ ਹੈ ਕਾਰ ਦੀ ਜਾਂ ਬੱਸ ਦੀ, ਉਹ ਪ੍ਰੋਵਾਈਡ ਕਰੇਗੀ ਇਲੈਕਟ੍ਰੋਸਟੈਟਿਕ ਸ਼ੀਲਡਿੰਗ ਫਰੋਮ ਦਾ ਲਾਈਟਨਿੰਗ। ਲਾਈਟਨਿੰਗ ਤੋਂ ਆਪਾਂ ਨੂੰ ਕੀ ਹੈ, ਸੇਫ ਰੱਖਦੀ ਹੈ। ਉੱਥੇ ਜਿਹੜਾ ਫਿਨੋਮੀਨਾ ਹੋ ਰਿਹਾ ਉਹ ਕੀ ਹੈ, ਇਲੈਕਟ੍ਰੋਸਟੈਟਿਕ ਸ਼ੀਲਡਿੰਗ ਹੈ। ਨੈਕਸਟ ਹੈਗਾ ਇਲੈਕਟ੍ਰੀਕਲ ਕਪੈਸਿਟੈਂਸ। Electrical capacitance of a conductor is related to its ability to store the electric charge or energy। ਕਿਸੇ ਵੀ ਕੰਡਕਟਰ ਦੀ ਐਬਿਲਿਟੀ ਹੈ ਤਾਂ ਜੋ ਕਿੰਨੀ ਇਲੈਕਟ੍ਰਿਕ ਚਾਰਜ ਜਾਂ ਐਨਰਜੀ ਸਟੋਰ ਕਰ ਸਕਦਾ ਹੈ।
ਹੁਣ ਜਦੋਂ ਆਪਣੇ ਕੋਲ ਕੋਈ ਵੀ ਕੰਡਕਟਰ ਹੈ ਉਸ ਨੂੰ ਆਪਾਂ ਕੁਛ ਚਾਰਜ ਦਿੱਤਾ, ਚਾਰਜ ਦੇਣ ਦੇ ਨਾਲ ਉਸ ਦਾ ਇਲੈਕਟ੍ਰਿਕ ਪੋਟੈਂਸ਼ੀਅਲ ਇਨਕਰੀਜ਼ ਹੋ ਰਿਹਾ। ਅਗਰ ਆਪਣੇ ਕੋਲ ਕਿਊ ਅਮਾਊਂਟ ਆਫ ਚਾਰਜ ਦੇਣ ਦੇ ਨਾਲ ਪੋਟੈਂਸ਼ੀਅਲ ਆਪਣਾ ਕੀ ਹੈ ਵੀ ਰੇਜ਼ ਹੋ ਰਿਹਾ, ਤਾਂ ਆਪਾਂ ਕੀ ਲਿਖਾਂਗੇ ਕਿਊ ਡਾਇਰੈਕਟਲੀ ਪ੍ਰੋਪੋਰਸ਼ਨ ਹੈਗਾ ਵੀ ਦੇ, ਜਾਂ ਲਿਖ ਸਕਦੇ ਹਾਂ ਕਿਊ ਇਜ਼ ਇਕੁਅਲ ਟੂ ਸੀ ਵੀ। ਸੀ ਹੈਗਾ ਆਪਣੇ ਕੋਲ ਕੌਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ, ਜਾਂ ਇਸ ਨੂੰ ਆਪਾਂ ਕਹਾਂਗੇ ਇਲੈਕਟ੍ਰੀਕਲ ਕਪੈਸਿਟੈਂਸ ਆਫ ਦਾ ਕੰਡਕਟਰ। ਤਾਂ ਸੀ ਦੀ ਵੈਲਿਊ ਕੈਲਕੂਲੇਟ ਕਰਾਂਗੇ, ਸੀ ਇਜ਼ ਇਕੁਅਲ ਟੂ ਕਿਊ ਅਪਨ ਵੀ। ਕਪੈਸਿਟੀ ਨੂੰ ਆਪਾਂ ਕਿਵੇਂ ਡਿਫਾਈਨ ਕਰਾਂਗੇ ਕੰਡਕਟਰ ਦੀ, ਰੇਸ਼ੀਓ ਆਫ ਚਾਰਜ ਗਿਵਨ ਟੂ ਦਾ ਕੰਡਕਟਰ ਟੂ ਰਾਈਜ਼ ਇਨ ਇਟਸ ਪੋਟੈਂਸ਼ੀਅਲ। ਜਿੰਨਾ ਆਪਾਂ ਚਾਰਜ ਦੇ ਰਹੇ ਹਾਂ ਅਤੇ ਜਿੰਨਾ ਉਸ ਦੇ ਨਾਲ ਪੋਟੈਂਸ਼ੀਅਲ ਆਪਣੇ ਕੋਲ ਰਾਈਜ਼ ਹੋ ਰਿਹਾ, ਉਹਨਾਂ ਦੋਨਾਂ ਦੀ ਜਿਹੜੀ ਰੇਸ਼ੀਓ ਹੈ ਉਹ ਤੁਹਾਡੇ ਕੋਲ ਹੈਗੀ ਹੈ ਕਪੈਸਿਟੀ। ਅਗਰ ਆਪਾਂ ਕਿਊ ਅਤੇ ਵੀ ਦੇ ਵਿੱਚ ਇੱਕ ਗ੍ਰਾਫ ਪਲਾਟ ਕਰਾਂਗੇ, ਦੈਨ ਕੀ ਆਪਾਂ ਦੇਖ ਰਹੇ ਹਾਂ ਜਿਵੇਂ ਜਿਵੇਂ ਆਪਣੇ ਕੋਲ ਕਿਊ ਦੀ ਵੈਲਿਊ ਇਨਕਰੀਜ਼ ਹੁੰਦੀ ਜਾ ਰਹੀ ਹੈ, ਉਵੇਂ ਉਵੇਂ ਆਪਣਾ ਪੋਟੈਂਸ਼ੀਅਲ ਹੈ ਜਿਹੜਾ ਇਨਕਰੀਜ਼ ਹੁੰਦਾ ਜਾ ਰਿਹਾ। ਦੇਅਰਫੋਰ ਜਿਹੜੀ ਕਪੈਸਿਟੀ ਹੈਗੀ ਹੈ ਨਾ ਹੀ ਤਾਂ ਆਪਣੇ ਕੋਲ ਕਿਊ ਦੇ ਉੱਪਰ ਡਿਪੈਂਡ ਕਰ ਰਹੀ ਹੈ ਅਤੇ ਨਾ ਹੀ ਆਪਣੇ ਕੋਲ ਵੀ ਦੇ ਉੱਪਰ ਡਿਪੈਂਡ ਕਰ ਰਹੀ ਹੈ। ਇਹ ਸਿਰਫ ਡਿਪੈਂਡ ਕਿਸ ਦੇ ਉੱਪਰ ਕਰ ਰਹੀ ਹੈ, ਸ਼ੇਪ ਔਰ ਸਾਈਜ਼ ਆਫ ਦਾ ਕੰਡਕਟਰ ਦੀ ਸ਼ੇਪ ਅਤੇ ਸਾਈਜ਼ ਕਿਵੇਂ ਦਾ। ਅਗਰ ਆਪਣੇ ਕੋਲ ਪੋਟੈਂਸ਼ੀਅਲ ਦੀ ਵੈਲਿਊ ਆਪਾਂ 1 ਪੁੱਟ ਕਰ ਦਈਏ, ਵੀ ਦੀ ਵੈਲਿਊ 1 ਪੁੱਟ ਕਰਾਂਗੇ ਤਾਂ ਸੀ ਕਿਸ ਦੇ ਇਕੁਅਲ ਹੈਗਾ ਕਿਊ ਦੇ। ਤਾਂ ਇਲੈਕਟ੍ਰੀਕਲ ਕਪੈਸਿਟੀ ਨੂੰ ਆਪਾਂ ਕਿਵੇਂ ਡਿਫਾਈਨ ਕਰਾਂਗੇ, ਉਹ ਕਿਸ ਦੇ ਇਕੁਅਲ ਹੈ, ਨੂਮੈਰੀਕਲੀ ਇਕੁਅਲ ਟੂ ਦਾ ਚਾਰਜ। ਕਪੈਸਿਟੀ ਚਾਰਜ ਦੇ ਇਕੁਅਲ ਹੈ ਕਦੋਂ, ਜਦੋਂ ਆਪਣੇ ਕੋਲ ਪੋਟੈਂਸ਼ੀਅਲ ਰਾਈਜ਼ ਹੋ ਰਿਹਾ ਯੂਨਿਟੀ, ਜਦੋਂ ਆਪਣੇ ਕੋਲ 1 ਯੂਨਿਟ ਪੋਟੈਂਸ਼ੀਅਲ ਰਾਈਜ਼ ਹੋ ਰਹੀ ਹੈ। ਕਪੈਸਿਟੈਂਸ ਹਮੇਸ਼ਾ ਆਪਣੇ ਕੋਲ ਪੋਜ਼ੀਟਿਵ ਕੁਆਂਟਿਟੀ ਹੈ ਅਤੇ ਇਸ ਦੇ SI ਯੂਨਿਟ ਹੈਗੇ ਫੈਰਾਡੇ। 1 ਫੈਰਾਡੇ ਨੂੰ ਆਪਾਂ ਕੀ ਲਿਖ ਸਕਦੇ ਹਾਂ, 1 ਫੈਰਾਡੇ ਇਜ਼ ਇਕੁਅਲ ਟੂ 1 ਕੂਲਮ, ਚਾਰਜ ਤੇ ਕੂਲਮ, ਪੋਟੈਂਸ਼ੀਅਲ ਤੇ ਆਪਣੇ ਕੋਲੇ ਵੋਲਟ, ਤਾਂ 1 ਫੈਰਾਡੇ ਇਜ਼ ਇਕੁਅਲ ਟੂ 1 ਕੂਲਮ ਅਪਨ 1 ਵੋਲਟ। 1 ਫੈਰਾਡੇ ਨੂੰ ਆਪਾਂ ਡਿਫਾਈਨ ਕਿਵੇਂ ਕਰ ਸਕਦੇ ਹਾਂ, ਜਦੋਂ ਆਪਣੇ ਕੋਲ 1 ਕੂਲਮ ਚਾਰਜ ਆਪਾਂ ਅਪਲਾਈ ਕੀਤਾ ਅਤੇ ਆਪਣਾ ਪੋਟੈਂਸ਼ੀਅਲ ਹੈ ਜਿਹੜਾ 1 ਵੋਲਟ ਕੀ ਹੈ ਰਾਈਜ਼ ਹੋ ਰਹੀ ਹੈ। ਸਮਾਲਰ ਯੂਨਿਟ ਕਪੈਸਿਟੈਂਸ ਦੇ ਹੈਗੇ ਮਾਈਕਰੋ ਫੈਰਡ, ਠੀਕ ਹੈ, ਨੈਨੋ ਫੈਰਡ ਅਤੇ ਪਿਕੋ ਫੈਰਡ। ਮਾਈਕਰੋ ਫੈਰਡ ਕਿਸ ਦੇ ਇਕੁਅਲ ਹੈ 10⁻⁻6 ਫੈਰਡ ਦੇ, 1 ਨੈਨੋ ਫੈਰਡ ਹੈਗਾ 10⁻⁻9 ਫੈਰਡ ਦੇ, ਅਤੇ 1 ਮਾਈਕਰੋ ਫੈਰਡ ਇਜ਼ ਇਕੁਅਲ ਟੂ 10⁻12 ਫੈਰਡ ਦੇ, ਜਾਂ ਇਸ ਨੂੰ ਆਪਾਂ ਲਿਖਾਂਗੇ 1 ਪਿਕੋ ਫੈਰਡ ਇਜ਼ ਇਕੁਅਲ ਟੂ 10⁻12 ਫੈਰਡ। ਡਿਮੈਂਸ਼ਨਸ ਕੀ ਹੈ, ਸੀ ਇਜ਼ ਇਕੁਅਲ ਟੂ ਕਿਊ ਅਪਨ ਵੀ, ਵੀ ਨੂੰ ਆਪਾਂ ਲਿਖ ਸਕਦੇ ਹਾਂ W ਅਪਨ ਕਿਊ, ਦੈਟ ਮੀਨਸ ਕਿਊ ਸਕੇਅਰ ਅਪਨ W ਬਣ ਜਾਏਗਾ। ਕਿਊ ਦੇ ਪੁੱਟ ਕਰਾਂਗੇ W ਦੇ ਕੀ ਆ ਜਾਣਗੇ M ਦੀ ਪਾਵਰ -1, L ਦੀ ਪਾਵਰ -2, T ਦੀ ਪਾਵਰ 4, A ਦੀ 2। ਇਹ ਡਿਮੈਂਸ਼ਨਸ ਹੈਗੇ ਕਪੈਸਿਟੈਂਸ। ਨੈਕਸਟ ਹੈਗੀ ਕਪੈਸਿਟੀ ਆਫ ਐਨ ਆਈਸੋਲੇਟਡ ਸਫੈਰੀਕਲ ਕੰਡਕਟਰ। ਕੋਈ ਵੀ ਆਪਾਂ O ਸੈਂਟਰ ਮੰਨ ਕੇ ਚੱਲੀਏ, ਠੀਕ ਹੈ, O ਸੈਂਟਰ ਮੰਨ ਕੇ ਚੱਲਦੇ ਹਾਂ ਅਤੇ R ਆਪਣੇ ਕੋਲ ਰੇਡੀਅਸ ਹੈ ਕਿਸੇ ਵੀ ਸਫੈਰੀਕਲ ਕੰਡਕਟਰ ਦਾ। ਅਗਰ ਆਪਾਂ ਪੋਜ਼ੀਟਿਵ ਕਿਊ ਚਾਰਜ ਸਫੀਅਰ ਨੂੰ ਦਿੱਤਾ ਤਾਂ ਪੂਰੇ ਦਾ ਪੂਰੇ ਸਫੀਅਰ ਦੀ ਜਿਹੜੀ ਸਰਫੇਸ ਹੈ ਉਸ ਦੇ ਬਾਹਰ ਵਾਲੀ ਜਿਹੜੀ ਆਊਟਰ ਸਰਫੇਸ ਹੈ ਉਸ ਦੇ ਉੱਪਰ ਚਾਰਜ ਸਪਰੈਡ ਹੋ ਜਾਏਗਾ, ਚਾਹੇ ਆਪਣੇ ਕੋਲ ਜਿਹੜਾ ਸਫੀਅਰ ਹੋਲੋ ਹੈ ਤੁਹਾਡੇ ਕੋਲ, ਚਾਹੇ ਆਪਣਾ ਕੀ ਹੈ ਸੋਲਿਡ ਹੈ। ਤਾਂ ਪੋਟੈਂਸ਼ੀਅਲ ਹੈਗਾ ਜਿਹੜਾ ਹਰ ਇੱਕ ਪੁਆਇੰਟ ਦੇ ਉੱਪਰ ਸਰਫੇਸ ਆਫ ਦਾ ਸਫੀਅਰ ਉਹ ਸੇਮ ਹੈ। ਦੈਟ ਮੀਨਸ ਆਪਾਂ ਕੀ ਕਹਿ ਸਕਦੇ ਹਾਂ, ਸਫੀਅਰ ਕਿਵੇਂ ਬਿਹੇਵ ਕਰ ਰਿਹਾ ਹੈ, ਇੰਟਾਇਰ ਚਾਰਜ ਹੈ ਜਿਹੜਾ ਕੰਸਨਟਰੇਟ ਕਿਸ ਦੇ ਉੱਪਰ ਕੀਤਾ ਹੋਇਆ, ਸੈਂਟਰ ਦੇ ਉੱਪਰ। ਤਾਂ ਪੋਟੈਂਸ਼ੀਅਲ ਐਟ ਐਨੀ ਪੁਆਇੰਟ ਔਨ ਦਾ ਸਰਫੇਸ ਆਫ ਦਾ ਸਫੀਅਰ ਇਨ ਫ੍ਰੀ ਸਪੇਸ। ਤਾਂ ਪੋਟੈਂਸ਼ੀਅਲ ਦੀ ਵੈਲਿਊ ਆਪਣੇ ਕੋਲ ਕੀ ਆ ਜਾਏਗੀ ਕਿਊ ਅਪੋਨ 4 ਐਪਸਾਈਲਨ ਨੋਟ ਇੰਟੂ ਆਰ। ਸੀ ਕਿਸ ਦੇ ਇਕੁਅਲ ਹੈ ਕਿਊ ਅਪਨ ਵੀ ਦੇ, ਤਾਂ ਆਪਾਂ ਸੀ ਕੈਲਕੂਲੇਟ ਕਰਾਂਗੇ, ਇੱਥੇ ਆਪਾਂ ਵੀ ਦੀ ਵੈਲਿਊ ਪੁੱਟ ਕਰਾਂਗੇ ਤਾਂ ਕਿਊ ਅਪੋਨ 4 ਐਪਸਾਈਲਨ ਨੋਟ ਇੰਟੂ ਆਰ। ਕਿਊ ਨੀਚੇ ਰਹਿ ਜਾਏਗਾ, 4 ਵਾਲਾ ਟਰਮ ਉੱਪਰ ਜਾਏਗੀ, ਤਾਂ ਆਪਣੇ ਕੋਲ ਕੀ ਆ ਗਿਆ ਸੀ ਆ ਗਿਆ 4 ਐਪਸਾਈਲਨ ਨੋਟ ਇੰਟੂ ਆਰ ਦੇ ਇਕੁਅਲ। ਆਰ ਆਪਣੇ ਕੋਲ ਰੇਡੀਅਸ ਹੈ ਜਿਸ ਨੂੰ ਆਪਾਂ ਮੈਜ਼ਰ ਕਰ ਰਹੇ ਹਾਂ ਮੀਟਰ ਦੇ ਵਿੱਚ, ਅਤੇ ਸੀ ਆਪਣੇ ਕੋਲ ਹੈਗੀ ਕਪੈਸਿਟੈਂਸ, ਉਸ ਦੇ ਯੂਨਿਟ ਹੈਗੇ ਫੈਰਡੇ। ਇੱਥੋਂ ਆਪਾਂ ਕੀ ਪ੍ਰੂਵ ਕਰ ਸਕਦੇ ਹਾਂ ਇਸ ਇਕੁਏਸ਼ਨ ਤੋਂ, ਸੀ ਡਾਇਰੈਕਟਲੀ ਪ੍ਰਪੋਰਸ਼ਨ ਕਿਸ ਦੇ ਆਰ ਦੇ। ਜਿਵੇਂ ਜਿਵੇਂ ਆਪਣਾ ਸਫੀਅਰ ਦਾ ਰੇਡੀਅਸ ਲਾਰਜ ਹੁੰਦਾ ਜਾਏਗਾ ਉਵੇਂ ਆਪਣੀ ਜਿਹੜੀ ਕਪੈਸਿਟੈਂਸ ਆ ਉਹ ਕੀ ਹੈ ਗ੍ਰੇਟਰ ਹੁੰਦੀ ਜਾਏਗੀ। ਅਗਰ ਆਪਾਂ ਕਪੈਸਿਟੀ ਆਫ ਅਰਥ ਦੀ ਗੱਲ ਕਰੀਏ, ਹੁਣ ਅਰਥ ਦਾ ਰੇਡੀਅਸ ਕਿੰਨਾ ਆਪਣੇ ਕੋਲ 6400 ਕਿਲੋਮੀਟਰ ਹੈ, ਜਾਂ ਇਸ ਨੂੰ ਆਪਾਂ ਲਿਖ ਸਕਦੇ ਹਾਂ 6.4 × 10⁻6 ਮੀਟਰ। ਆਪਾਂ ਆਰ ਦੀ ਵੈਲਿਊ ਇਸ ਇਕੁਏਸ਼ਨ ਦੇ ਵਿੱਚ ਪੁੱਟ ਕਰਾਂਗੇ, ਦੈਨ ਸੀ ਆਪਣੇ ਕੋਲ ਕਿਸ ਦੇ ਇਕੁਅਲ ਆ ਜਾਏਗਾ 711 ਮਾਈਕਰੋਫੈਰਡ ਦੇ ਇਕੁਅਲ ਆ ਜਾਏਗਾ। ਇਹ ਵਾਲੀ ਆਪਣੀ ਕੀ ਹੈ ਅਰਥ ਦੀ ਕਪੈਸਿਟੀ ਹੈ। ਅਤੇ ਜਿਹੜੇ ਯੂਨਿਟ ਹੈਗੇ ਕਪੈਸਿਟੈਂਸ ਦੇ ਉਹ ਸਭ ਤੋਂ ਵੱਡੇ ਆਪਣੇ ਕੋਲ ਫੈਰਡੇ ਹੈ। ਨੈਕਸਟ ਹੈਗਾ ਕਪੈਸਿਟਰ। ਹੁਣ ਕਪੈਸਿਟਰ ਦੇ ਵਿੱਚ ਕੀ ਹੈ, ਕਪੈਸਿਟਰ ਆਪਣਾ
ਲਾਰਜ ਅਮਾਊਂਟ ਆਫ ਇਲੈਕਟ੍ਰਿਕ ਚਾਰਜ ਨੂੰ ਸਟੋਰ ਕਰ ਸਕਦਾ ਹੈ ਜਾਂ ਇਲੈਕਟ੍ਰਿਕ ਜਿਹੜੀ ਐਨਰਜੀ ਆ ਉਸ ਨੂੰ ਸਟੋਰ ਕਰ ਸਕਦਾ, ਇਲੈਕਟ੍ਰਿਕ ਚਾਰਜ ਨੂੰ ਆਪਣਾ ਸਟੋਰ ਕਰੇਗਾ। ਕੈਪੈਸਿਟਰ ਦੇ ਵਿੱਚ ਕੀ ਹੈ, ਦੋ ਕੰਡਕਟਰਸ ਹੈ, ਕੰਸਿਸਟ ਆਫ ਟੂ ਕੰਡਕਟਰ ਸੈਪਰੇਟਡ ਬਾਈ ਇਨਸੂਲੇਟਿੰਗ ਮੀਡੀਅਮ। ਸਪੋਜ਼ ਆਪਾਂ ਫਸਟ ਰੋਡ ਲੈ ਕੇ ਚੱਲੇ ਹਾਂ, ਇੱਕ ਏ ਰੋਡ ਹੈ ਆਪਣੇ ਕੋਲੇ, ਆਪਾਂ ਉਸ ਨੂੰ ਕੀ ਹੈ ਇੱਕ ਪੋਜ਼ੀਟਿਵ ਚਾਰਜ ਦਿੱਤਾ, ਸਮ ਪੋਜ਼ੀਟਿਵ ਚਾਰਜ ਦੇਣ ਦੇ ਨਾਲ ਇਸ ਦਾ ਜਿਹੜਾ ਪੋਟੈਂਸ਼ੀਅਲ ਉਹ ਕੀ ਹੈ ਮੈਕਸੀਮਮ ਹੋ ਗਿਆ, ਮੈਕਸੀਮਮ ਪੋਟੈਂਸ਼ੀਅਲ ਹੈ। ਉਸ ਤੋਂ ਬਾਅਦ ਆਪਾਂ ਜਿਹੜੀ ਅਨਦਰ ਇੰਸੂਲੇਟਡ ਮੈਟਲ ਬੀ ਉਸ ਦੇ ਨੀਅਰ ਲੈ ਕੇ ਆਏ ਪਲੇਟ ਏ ਦੇ, ਦੈਨ ਬਾਈ ਇੰਡਕਸ਼ਨ ਦੇ ਨਾਲ ਜਿਹੜੀ ਇਹ ਵਾਲੀ ਸਾਈਡ ਹੈਗੀ ਹੈ ਬੀ ਦੀ, ਉਸ ਦੇ ਉੱਪਰ ਨੈਗੇਟਿਵ ਚਾਰਜ ਇੰਡਿਊਸ ਹੋ ਜਾਏਗਾ ਅਤੇ ਇਹ ਵਾਲੀ ਸਾਈਡ ਦੇ ਉੱਪਰ ਆਪਣੇ ਕੋਲ ਕੀ ਆ ਜਾਏਗਾ ਪੋਜ਼ੀਟਿਵ ਚਾਰਜ ਇੰਡਿਊਸ ਹੋ ਗਿਆ। ਠੀਕ ਹੈ, ਅਗਰ ਫਿਰ ਆਪਾਂ ਸੈਕਿੰਡ ਸਟੈਪ ਦੇ ਵਿੱਚ ਕੀ ਕਰੀਏ, ਫਿਰ ਹੁਣ ਇਹ ਵਾਲਾ ਨੈਗੇਟਿਵ ਅਤੇ ਇਹ ਵਾਲਾ ਪੋਜ਼ੀਟਿਵ ਸਾਈਡ ਹੈ, ਪਹਿਲਾਂ ਇਸਦਾ ਪੋਟੈਂਸ਼ੀਅਲ ਮੈਕਸੀਮਮ ਸੀਗਾ, ਮੈਕਸੀਮਮ ਪੋਟੈਂਸ਼ੀਅਲ ਜਦੋਂ ਇਹ ਚਾਰਜ ਇੰਡਿਊਸ ਹੋਇਆ ਉਸ ਦੇ ਨਾਲ ਇਸ ਪੋਟੈਂਸ਼ੀਅਲ ਦੀ ਵੈਲਿਊ ਰਿਡਿਊਸ ਹੋ ਗਈ। ਠੀਕ ਹੈ, ਪੋਟੈਂਸ਼ੀਅਲ ਦੀ ਵੈਲਿਊ ਰਿਡਿਊਸ ਹੋ ਗਈ। ਹੁਣ ਆਪਣਾ ਜਿਹੜਾ ਪੋਟੈਂਸ਼ੀਅਲ ਉਹ ਆਪਾਂ ਮੈਕਸੀਮਮ ਕਰਨਾ ਇਸ ਵਾਲੇ ਦਾ, ਦੈਨ ਆਪਾਂ ਕੀ ਕਰਾਂਗੇ ਇਹ ਵਾਲੀ ਜਿਹੜੀ ਪਲੇਟ ਹੈ ਉਸ ਨੂੰ ਕੀ ਕਰ ਦਈਏ ਅਰਥ ਕਰ ਦਾਂਗੇ, ਤਾਂ ਹੁਣ ਇਹ ਜਿਹੜੇ ਪੋਜ਼ੀਟਿਵ ਚਾਰਜ ਨੇ ਫ੍ਰੀ ਚਾਰਜਸ ਹੈ ਇਹ ਸਾਰੇ ਅਰਥ ਹੋ ਜਾਣਗੇ ਅਤੇ ਆਪਣੇ ਕੋਲ ਓਨਲੀ ਬੀ ਦੇ ਉੱਪਰ ਇਹ ਵਾਲੀ ਸਾਈਡ ਦੇ ਉੱਪਰ ਕੀ ਰਹਿ ਜਾਣਗੇ ਨੈਗੇਟਿਵ ਚਾਰਜ, ਅਤੇ ਇਹ ਪਲੇਟ ਦਾ ਪੋਟੈਂਸ਼ੀਅਲ ਆ ਕੀ ਹੈ ਮੈਕਸੀਮਮ ਚਲਾ ਜਾਏਗਾ। ਠੀਕ ਹੈ, ਹੁਣ ਆਪਣੇ ਕੋਲ ਪ੍ਰਿੰਸੀਪਲ ਕੀ ਹੈਗਾ ਕਪੈਸਿਟਰ ਦਾ, ਅਗਰ ਆਪਣੇ ਕੋਲ ਇੱਕ ਜਿਹੜੀ ਅਨਚਾਰਜਡ ਕੰਡਕਟਰ ਹੈ ਉਸ ਨੂੰ ਆਪਾਂ ਉਸਦੇ ਚਾਰਜ ਕੰਡਕਟਰ ਦੇ ਨੀਅਰ ਲੈ ਕੇ ਆਏ, ਮੈਟਲ ਰੋਡ ਦੇ ਨੀਅਰ ਲੈ ਕੇ ਆਏ, ਤਾਂ ਇਸ ਦੇ ਉੱਪਰ ਇੰਡਿਊਸ ਹੋ ਗਏ ਚਾਰਜ ਇੰਡਿਊਸ ਹੋਣ ਤੋਂ ਬਾਅਦ ਆਪਾਂ ਇਸਦਾ ਪੋਟੈਂਸ਼ੀਅਲ ਮੈਕਸੀਮਮ ਕਰ ਰੱਖਣਾ, ਦੈਨ ਆਪਾਂ ਇਹ ਵਾਲੀ ਜਿਹੜੀ ਪਲੇਟ ਹੈ ਉਸ ਨੂੰ ਕੀ ਕਰ ਦਾਂਗੇ ਅਰਥ ਕਰ ਦਾਂਗੇ, ਇਹੀ ਇਸਦਾ ਕੀ ਹੈ ਪ੍ਰਿੰਸੀਪਲ ਹੈਗਾ। ਹੁਣ ਜਿਹੜੇ ਆਪਣੇ ਕੋਲੇ ਟੂ ਕੰਡਕਟਰਸ ਦਾ ਅਰੇਂਜਮੈਂਟ ਆ ਉਸ ਨੂੰ ਆਪਾਂ ਕੀ ਕਹਿ ਸਕਦੇ ਹਾਂ ਕਪੈਸਿਟਰ ਜਾਂ ਕੰਡੈਂਸਰ। ਕਪੈਸਿਟਰ ਤੁਹਾਡੇ ਕੋਲ ਦੋ ਤਿੰਨ ਤਰ੍ਹਾਂ ਦੇ ਹੋ ਸਕਦੇ ਆ, ਅਗਰ ਤਾਂ ਆਪਣਾ ਕੰਡਕਟਰ ਪਲੇਨ ਹੈ ਦੈਨ ਕਪੈਸਿਟਰ ਨੂੰ ਆਪਾਂ ਕੀ ਕਹਾਂਗੇ ਪੈਰਲਲ ਪਲੇਟ ਕਪੈਸਿਟਰ। ਅਗਰ ਆਪਣੇ ਕੋਲ ਕੰਡਕਟਰ ਦਾ ਜਿਹੜੀ ਸ਼ੇਪ ਉਹ ਸਫੈਰੀਕਲ ਹੈ ਦੈਨ ਕਪੈਸਿਟਰ ਨੂੰ ਆਪਾਂ ਕਹਾਂਗੇ ਸਫੈਰੀਕਲ ਕਪੈਸਿਟਰ। ਅਗਰ ਆਪਣੇ ਕੋਲ ਕੰਡਕਟਰ ਸਿਲੈਂਡਰੀਕਲ ਹੈ ਦੈਨ ਇਟ ਇਜ਼ ਕਾਲਡ ਸਿਲੈਂਡਰੀਕਲ ਕਪੈਸਿਟਰ। ਨੈਕਸਟ ਇੱਕ ਆਪਣੇ ਕੋਲ ਫਿਕਸਡ ਕਪੈਸਿਟੈਂਸ ਦੇ ਕਪੈਸਿਟਰ ਹੈ ਅਤੇ ਇੱਕ ਵੇਰੀਏਬਲ। ਠੀਕ ਹੈ, ਇੱਕ ਦੀ ਕਪੈਸਿਟੈਂਸ ਆਪਾਂ ਵੇਰੀ ਕਰ ਸਕਦੇ, ਅਗਰ ਤਾਂ ਆਪਣੇ ਕੋਲ ਫਿਕਸਡ ਕਪੈਸਿਟੈਂਸ ਹੈ ਉਸ ਨੂੰ ਆਪਾਂ ਇਸ ਤਰ੍ਹਾਂ ਰਿਪਰਜੈਂਟ ਕਰਾਂਗੇ ਇਹ ਵਾਲੇ ਸਾਈਨ ਦੇ ਨਾਲ, ਅਗਰ ਆਪਣੇ ਕੋਲ ਜਿਹੜੀ ਕਪੈਸਿਟੈਂਸ ਹੈਗੀ ਹੈ ਵੇਰੀ ਕਰ ਸਕਦੀ ਹੈ ਦੈਨ ਉਸ ਨੂੰ ਆਪਾਂ ਰਿਪਰਜੈਂਟ ਕਰਾਂਗੇ ਇਹ ਵਾਲੇ ਸਾਈਨ ਦੇ ਨਾਲ।